YouTube ਚੈਨਲ ਇੰਡੀਅਨ ਪੀਪਲ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਹੀ ਸਤਿਕਾਰਯੋਗ ਦੋਸਤੋ, ਅੱਜ ਸਵੇਰੇ ਸਵੇਰੇ ਆਪ ਜੀ ਨਾਲ ਮੁਖਾਤਬ ਹੋ ਰਹੇ ਹਾਂ। 2-3 ਦਿਨਾਂ ਤੋਂ ਨਹੀਂ ਸੀ ਗੱਲਬਾਤ ਹੋ ਰਹੀ, ਕੋਈ ਵੀ ਵੀਡੀਓ ਨਹੀਂ ਸੀ ਪਾਈ। ਉਸ ਦਾ ਕਾਰਨ ਸੀ ਕਿ ਦੇਸ਼ ਦੇ ਜਿਹੜੇ ਹਾਲਾਤ ਸੀਗੇ ਉਹਦੇ ਤੇ ਕੁਝ ਖਾਸ ਤੌਰ ਤੇ ਦੇਖਣਾ ਚਾਹੁੰਦੇ ਸੀ। ਦੂਸਰੀ ਗੱਲ, ਥੋੜੀ ਆਪਦੀ ਸਿਹਤ ਡਾਊਨ ਸੀ ਤੇ ਉਸ ਕਰਕੇ ਵੀ ਪ੍ਰੋਪਰ ਸਿਟਿੰਗ ਨਹੀਂ ਸੀ ਹੋ ਰਹੀ। ਅੱਜ ਜਦੋਂ ਸਵੇਰੇ ਸਵੇਰੇ ਅਖਬਾਰ ਦੇਖੀ, ਆਨਲਾਈਨ ਪੜ੍ਹ ਕੇ ਦੇਖਿਆ ਪੰਜਾਬੀ ਟ੍ਰਿਬਿਊਨ ਅਖਬਾਰ, ਤਾਂ ਬੜੀ ਖੁਸ਼ੀ ਹੋਈ। ਪਰ ਪਿਛਲੇ 2 ਦਿਨਾਂ ਤੋਂ ਕੁਝ ਦੁੱਖ ਦੀਆਂ ਖਬਰਾਂ ਸੀਗੀਆਂ, ਜਿਹੜੀਆਂ ਮੰਦਭਾਗੀਆਂ ਖਬਰਾਂ ਆ ਰਹੀਆਂ ਸੀ ਕਿ ਦੇਸ਼ ਦਾ ਇੱਕ ਮਹਾਨ ਸਪੂਤ, ਉਹਦੇ ਨਾਲ 12 ਜਣੇ ਹੋਰ ਜਿਹੜੇ ਕਿ ਬਹੁਤ ਹੀ ਲਾਜਵਾਬ ਸ਼ਖਸੀਅਤਾਂ ਸਨ, ਉਹ ਪਰਸੋਂ ਉਹਨਾਂ ਦਾ ਜਹਾਜ਼ ਆ ਜਿਹੜਾ ਤਾਮਿਲਨਾਡੂ ਦੇ ਵਿੱਚ ਕ੍ਰੈਸ਼ ਹੋਇਆ। ਸਾਡੇ CDS ਜਨਰਲ ਬਿਪਿਨ ਰਾਵਤ ਜੀਆਂ ਦਾ, ਉਹਨਾਂ ਦੇ ਨਾਲ ਜਿਹੜੇ 13 ਜਣੇ ਹੋਰ ਸ਼ਹੀਦ ਹੋ ਗਏ, ਉਹਨਾਂ ਨੂੰ ਸਲੂਟ ਕਰਦੇ ਆ, ਪ੍ਰਣਾਮ ਕਰਦੇ ਆ ਉਹਨਾਂ ਸਾਰੇ ਸ਼ਹੀਦਾਂ ਨੂੰ, ਕਿਉਂਕਿ ਲੰਬਾ ਸਮਾਂ ਜਨਰਲ ਰਾਵਤ ਜੀਆਂ ਨੇ ਦੇਸ਼ ਦੇ ਲਈ ਅਹਿਮ ਸੇਵਾਵਾਂ ਨਿਭਾਈਆਂ ਨੇ। ਸਾਡੇ ਦੇਸ਼ ਦਾ ਗੌਰਵ ਸੀ ਉਹ, ਪਹਿਲੇ ਸਾਡੇ CDS ਬਣੇ ਨੇ ਉਹ। ਤੇ ਉਸ ਦੇ ਲਈ ਜਿੱਥੇ ਸਾਰਾ ਦੇਸ਼ ਇਸ ਡੂੰਘੇ ਸੋਕਗ੍ਰਸਤ ਸਮੇਂ ਦੇ ਵਿੱਚ ਲੰਘ ਰਿਹਾ ਸੀ, ਉਸੇ ਟਾਈਮ ਹੀ ਦੇਸ਼ ਦੀ ਜਿਹੜੀ ਜਮਹੂਰੀਅਤ ਸੀ ਉਹਦੀ ਜਿੱਤ ਹੋ ਰਹੀ ਸੀ। ਦੇਸ਼ ਦੀ ਜਮਹੂਰੀਅਤ ਨੇ ਜਿੱਤ ਦਾ ਝੰਡਾ ਸੀ ਉਹ ਬੁਲੰਦ ਕੀਤਾ। ਸਾਡੀਆਂ ਕਿਸਾਨ ਜਥੇਬੰਦੀਆਂ, ਜਿਹੜੇ ਸਾਡੇ ਅੰਨਦਾਤੇ ਆ, ਉਹ 1 ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਸਨ। ਤੇ ਉੱਥੇ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਲਾਏ। ਉਹਨਾਂ ਨੂੰ ਖਾਲਿਸਤਾਨੀ ਕਿਹਾ, ਉਹਨਾਂ ਨੂੰ ਵੱਖਵਾਦੀ ਕਿਹਾ, ਉਹਨਾਂ ਨੂੰ ਮਾਓਵਾਦੀ ਕਿਹਾ, ਉਹਨਾਂ ਤੇ ਅਨੇਕਾਂ ਤਰ੍ਹਾਂ ਦੇ ਦੋਸ਼ ਮੜਨ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਜਿਹੜੇ ਨਿਸ਼ਠਾਵਾਨ ਕਿਸਾਨ ਆਗੂ ਸੀ, ਜਮਹੂਰੀਅਤ ਨੂੰ ਬਚਾਉਣ ਤੇ ਲੱਗੇ ਹੋਏ ਸਾਡੇ ਕਿਸਾਨ ਆਗੂਆਂ ਨੇ ਆਪਣੀ ਇੱਕ ਵੀ ਕਮਜ਼ੋਰੀ ਸਾਹਮਣੇ ਨਹੀਂ ਲਿਆਂਦੀ, ਕਿਉਂਕਿ ਕਮਜ਼ੋਰ ਹੈ ਹੀ ਨਹੀਂ ਸੀ। ਤੇ ਉਹਨਾਂ ਨੇ ਸਾਰਿਆਂ ਦੀ, ਸਮੁੱਚੇ ਕਿਸਾਨ ਆਗੂਆਂ ਦੀ, ਸਮੁੱਚੇ ਦੇਸ਼ ਦੇ ਕਿਸਾਨਾਂ ਦੀ, ਜਿਹੜੇ ਪਿੰਡਾਂ 'ਚ ਬੈਠੇ ਨੇ, ਸਾਡੀਆਂ ਬੀਬੀਆਂ, ਮਾਈਆਂ, ਸਾਡੇ ਮਜ਼ਦੂਰ ਭਰਾ, ਭਾਵੇਂ ਕਿ ਮਜ਼ਦੂਰਾਂ ਦਾ ਝੰਡਾ ਉੱਥੇ ਉਸ ਲੈਵਲ ਤੇ ਬੁਲੰਦ ਨਹੀਂ ਹੋਇਆ, ਮਜ਼ਦੂਰਾਂ ਦੀਆਂ ਮੰਗਾਂ ਉਸ ਲੈਵਲ ਤੇ ਉਭਾਰੀਆਂ ਨਹੀਂ ਗਈਆਂ, ਪਰ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਜ਼ਰੂਰ ਬੁਲੰਦ ਹੋਇਆ। ਜਿਹੜੇ ਮਜ਼ਦੂਰ ਆਗੂ ਟਾਈਮ ਟੂ ਟਾਈਮ ਜਾਂਦੇ ਰਹੇ ਨੇ, ਉਹਨਾਂ ਨੂੰ ਕਿਸਾਨੀ ਸੰਘਰਸ਼ ਦੇ ਵਿੱਚ ਸਮਾਂ ਵੀ ਮਿਲਦਾ ਰਿਹਾ। ਤੇ ਕਿਸਾਨਾਂ ਨੇ ਇੱਥੇ ਜਿਹੜੀ ਸਭ ਤੋਂ ਸੋਹਣੀ ਗੱਲ ਸੀ ਕਿ ਦੇਸ਼ ਦੇ ਮਜ਼ਦੂਰਾਂ ਨੂੰ ਕਿਸਾਨ ਭਰਾ ਸਾਡੇ ਹਲੂਣ ਦੇ ਰਹੇ ਨੇ ਕਿ ਉੱਠੋ ਦੇਸ਼ ਦੇ ਮਜ਼ਦੂਰੋ, ਕਿਸਾਨੋ, ਇੱਕ ਹੋਈਏ ਤੇ ਦੇਸ਼ ਨੂੰ ਬਚਾਈਏ। ਕਿਉਂਕਿ ਦੇਸ਼ ਦੀ ਜਿਹੜੀ ਮੌਜੂਦਾ ਹੁਕੂਮਤ ਹੈ ਉਹ ਕਿਤੇ ਨਾ ਕਿਤੇ ਬੇਹੱਦ ਖੌਫਨਾਕ ਚਿਹਰਾ ਰੱਖਦੀ ਆ ਆਪਣੇ ਮਨਸੂਬਿਆਂ ਦੇ ਵਿੱਚ। ਪਿੱਛੇ ਦੇਸ਼ ਨੂੰ ਹਿੰਦੂਵਾਦੀ ਰਾਸ਼ਟਰ ਬਣਾਉਣ ਦੇ ਉੱਤੇ ਤੁਲੀ ਹੋਈ ਆ ਸਾਡੀ ਜਿਹੜੀ ਕੇਂਦਰੀ ਸਰਕਾਰ, ਕਿਉਂਕਿ ਉਹਦੇ ਵਿੱਚ ਜਿੰਨੀ ਵੀ ਕੈਬਨਿਟ ਦੇ ਵਿੱਚ ਲੋਕ ਬੈਠੇ ਨੇ, ਉਹ ਬੜੇ ਲੰਬੇ ਸਮੇਂ ਤੋਂ ਪ੍ਰਪੇਅਰ ਕੀਤੇ ਹੋਏ ਨੇ। ਉਹਨਾਂ ਦੀ ਸਾਰੀ ਜ਼ਿੰਦਗੀ ਲੰਘੀ, 40-40, 35-35 ਸਾਲਾਂ ਤੋਂ ਉਹਨਾਂ ਨੂੰ ਇੱਕੋ ਹੀ ਪਾਠ ਪੜ੍ਹਾਇਆ ਜਾ ਰਿਹਾ ਕਿ ਸਾਡਾ ਦੇਸ਼ ਆ ਜਿਹੜਾ ਉਹ ਹਿੰਦੂ ਰਾਸ਼ਟਰ ਹੈ। ਇੱਥੇ ਜਿਹੜੀਆਂ ਘੱਟ ਗਿਣਤੀਆਂ ਦੇ ਉੱਤੇ ਅਸੀਂ ਕਿਵੇਂ ਉਹਨਾਂ ਨੂੰ ਆਪਦੇ ਵਿੱਚ ਮਰਜ ਕਰਨਾ। ਜਿਹੜੀ ਹਿੰਦੂ ਵਿਚਾਰਧਾਰਾ ਸਦੀਆਂ ਤੋਂ ਭਾਰਤ ਦੇ ਦਲਿਤਾਂ ਨੂੰ, ਭਾਰਤ ਦੇ OBC ਪਛੜੇ ਲੋਕਾਂ ਨੂੰ ਬਖੇੜ ਕੇ ਰੱਖਦੀ ਰਹੀ ਹੈ, ਉਹ ਵਿਚਾਰਧਾਰਾ ਅੱਜ ਦੇਸ਼ ਦੇ ਵਿੱਚ ਹਾਵੀ ਹੈ। ਤੇ ਬਹੁਤ ਸਾਰੇ ਵੱਡੇ ਹਿੱਸੇ ਦੇ ਉੱਤੇ ਜਿਹੜਾ ਉਹਦਾ ਕਬਜ਼ਾ ਹੈ। ਜਿਹੜੀ ਇੱਕ ਸੈਕੂਲਰ ਪਾਰਟੀ ਸਾਡੀ ਕਾਂਗਰਸ ਪਾਰਟੀ ਸੀ, ਕਿਉਂਕਿ ਉਹਦੇ ਵਿੱਚ ਵੀ ਵੱਡੇ ਪੱਧਰ ਤੇ ਬ੍ਰਾਹਮਣਵਾਦ ਦਾ ਕਬਜ਼ਾ ਹੈ, ਅੱਜ ਉਹ 10 ਸਟੇਟਾਂ ਦੇ ਉੱਤੇ ਭਾਰਤ ਦੀਆਂ ਵਿੱਚ ਸਿਮਟ ਕੇ ਰਹਿ ਚੁੱਕੀ ਹੈ। ਪਰ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਜਮਹੂਰੀਅਤ ਤਾਕਤਾਂ ਸੀਗੀਆਂ, ਕਿਸਾਨ, ਮਜ਼ਦੂਰ, ਹੋਰ ਜਿਹੜੀਆਂ ਸਾਡੀਆਂ ਟ੍ਰੇਡ ਜਥੇਬੰਦੀਆਂ ਨੇ, ਅਧਿਆਪਕ ਵਰਗ ਨੇ ਬਹੁਤ ਵੱਡਾ ਰੋਲ ਨਿਭਾਇਆ ਇਸ ਗੱਲ ਦੇ ਵਿੱਚ ਕਿ ਸਾਡੀ ਜਿਹੜੀ ਉਸ ਜਮਹੂਰੀਅਤ ਨੂੰ ਦਰੜਨ ਵਾਲੀ ਜਿਹੜੀ ਸੋਚ ਸੀ, ਉਸ ਨੂੰ ਅਸੀਂ ਕਿਤੇ ਨਾ ਕਿਤੇ ਠੱਲ ਪਾਉਣ 'ਚ ਕਾਮਯਾਬ ਹੋ ਗਏ। ਕਿਸਾਨ ਥੋੜ੍ਹੇ ਸੀ, ਥੋੜ੍ਹੀ ਗਿਣਤੀ ਦੇ ਵਿੱਚ ਕਿਸਾਨ ਲੜ ਰਹੇ ਸੀ। ਸਭ ਤੋਂ ਪਹਿਲਾਂ ਪੰਜਾਬ ਨੇ ਇਸ ਨੂੰ
ਅਗਵਾਈ ਕੀਤੀ, ਫਿਰ ਹਰਿਆਣਾ ਚੱਲਿਆ, ਫਿਰ ਨਾਲ ਉੱਤਰ ਪ੍ਰਦੇਸ਼ ਆਇਆ, ਫਿਰ ਬਾਕੀ ਸਟੇਟਾਂ ਆਈਆਂ। ਹੌਲੀ ਹੌਲੀ ਇਹ ਅੰਦੋਲਨ ਦੇਸ਼ ਵਿਆਪੀ ਹੋਇਆ, ਵਿਸ਼ਵ ਵਿਆਪੀ ਹੋਇਆ। ਵਿਸ਼ਵ ਦੀਆਂ ਸਰਕਾਰਾਂ ਨੇ ਭਾਰਤੀ ਹਕੂਮਤ ਨੂੰ ਅੱਖਾਂ ਦਿਖਾਈਆਂ ਕਿ ਕਿਸਾਨਾਂ ਦੀ ਗੱਲ ਸੁਣੋ। ਪਰ ਇੱਥੇ ਸਾਡੀਆਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਸੀ, ਜਿਹੜੀਆਂ ਟ੍ਰੇਡ ਜਥੇਬੰਦੀਆਂ ਸੀ, ਉਹ ਅਹਿਮ ਰੋਲ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿ ਗਈਆਂ। ਜੇ ਕਿਤੇ ਕਾਸ਼ ਸਾਰੀਆਂ ਟ੍ਰੇਡ ਜਥੇਬੰਦੀਆਂ ਅੱਗੇ ਆ ਜਾਂਦੀਆਂ, ਇੱਕਦਮ ਦੇਸ਼ ਨੂੰ ਜਿਹੜਾ ਹੈਗਾ ਲੌਕ ਕਰ ਦਿੰਦੀਆਂ, ਪਾਰਲੀਮੈਂਟ ਨੂੰ ਲੌਕ ਕਰ ਦਿੰਦੀਆਂ, ਤਾਂ ਆਹ ਜਿਹੜਾ ਸਾਨੂੰ 12-13 ਮਹੀਨਿਆਂ ਦਾ ਸਮਾਂ ਲੱਗਿਆ, ਸਾਡੇ 700 ਕਿਸਾਨ ਭਰਾਵਾਂ ਨੂੰ, ਜਿਹੜੀਆਂ 700 ਤੋਂ ਵੱਧ ਕਿਸਾਨਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਨੇ, ਅਰਬਾਂ ਰੁਪਈਆ ਸਾਡਾ ਵੇਸਟ ਹੋਇਆਗਾ, ਉਸ ਤੋਂ ਅਸੀਂ ਬਚ ਜਾਂਦੇ। ਹਲੇ ਜੰਗ ਜਾਰੀ ਹੈ, ਹਲੇ ਜੰਗ ਰੁਕੀ ਨਹੀਂ ਹੈ, ਕਿਉਂਕਿ ਸਭ ਤੋਂ ਵੱਧ ਮੌਜੂਦਾ ਸਰਕਾਰ ਦੀਆਂ ਗਲਤ ਪਾਲਿਸੀਆਂ ਨਾਲ ਸਾਡੇ ਦੇਸ਼ ਨੂੰ ਜਿਹੜਾ ਹੈਗਾ ਕਰੋੜਾਂ ਭਾਰਤੀਆਂ ਨੂੰ ਗਰੀਬੀ ਰੇਖਾ ਦੇ ਥੱਲੇ ਲਿਆਂਦਾ। ਇੱਥੇ ਦੀ ਜਿਹੜੀ ਸਰਕਾਰ ਆ ਉਹ ਇਕੱਲੇ ਕਾਰਪੋਰੇਟ ਚਿਹਰਿਆਂ ਨੂੰ ਹੀ ਅੱਗੇ ਪੇਸ਼ ਕਰ ਰਹੀ ਆ, ਉਸੇ ਨੂੰ ਤਰੱਕੀ ਦਿਖਾ ਰਹੀ ਆ। ਪਰ ਜਿਹੜੇ ਅਸਲੀ ਦੇਸ਼ ਵਾਸੀ ਨੇ, ਜਿਹੜੇ ਮਜ਼ਦੂਰ ਨੇ, ਪੜ੍ਹੇ ਲਿਖੇ ਬੇਰੁਜ਼ਗਾਰ ਫਿਰਦੀਆਂ ਫੌਜਾਂ ਡਾਰਾਂ ਇੱਥੇ, ਉਹ ਹਾਲੇ ਭੀੜਾਂ ਜਿਉਂਦੀਆਂ ਤਿਉਂ ਖੜੀਆਂ ਨੇ। ਜਿੱਥੇ ਇੰਨੀ ਜ਼ਿਆਦਾ ਆਬਾਦੀ ਹੋਵੇ, ਕਿਰਤ ਕਰਨ ਵਾਲੇ ਲੋਕ ਹੱਥ ਵਿਹਲੇ ਹੋਣ, ਤੇ ਉੱਥੇ 12-12 ਘੰਟਿਆਂ ਦੇ ਕਿਰਤ ਕਾਨੂੰਨ ਬਣਾਏ ਜਾਣ, ਔਰ ਉਹ ਵੀ ਇੰਡਸਟਰੀਲਿਸਟਾਂ ਦੇ ਪੱਖ 'ਚ ਬਣਾਏ ਜਾਣ, ਤਾਂ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ। ਸ਼ਾਇਦ ਕਿਤੇ ਨਾ ਕਿਤੇ ਮਜ਼ਦੂਰ ਜਥੇਬੰਦੀਆਂ, ਜਿਵੇਂ ਪੰਜਾਬ ਦੇ ਵਿੱਚ ਅਸੀਂ ਕਹਿ ਲਈਏ, ਕਿਉਂਕਿ ਕਿਸਾਨਾਂ ਨੇ, ਬਹੁਤੇ ਕਿਸਾਨਾਂ ਨੇ ਜਿਹੜੇ ਸੌੜੀ ਸੋਚ ਵਾਲੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਗਰੁੱਪ ਬੈਠੇ ਨੇ, ਨਸ਼ੇੜੀ ਟਾਈਪ ਦੇ ਬੰਦੇ ਨੇ, ਉਹ ਗਰੁੱਪਿਜ਼ਮ, ਪਿੰਡ ਦੀ ਧੜੇਬੰਦੀ ਵਾਲੇ ਨੇ, ਉਹਨਾਂ ਨੇ ਸਾਡੇ ਮਜ਼ਦੂਰਾਂ ਨਾਲ ਕਿਤੇ ਨਾ ਕਿਤੇ ਪਾੜਾ ਵਧਾਇਆ ਹੋਇਆ ਸੀ। ਉਹਨਾਂ ਨੇ ਜਿਵੇਂ ਕਦੇ ਵੀ ਸੀਜ਼ਨਲ ਮਜ਼ਦੂਰੀ ਵੱਧਦੀ ਹੈ, ਉਹ ਜਦੋਂ ਗੁਰਦੁਆਰਿਆਂ ਦੇ ਵਿੱਚ ਮਜ਼ਦੂਰਾਂ ਦੇ ਖਿਲਾਫ ਮਤੇ ਪਾਉਂਦੇ, ਮਜ਼ਦੂਰਾਂ ਦੇ ਬਾਈਕਾਟ ਕਰਦੇ ਆ, ਮਜ਼ਦੂਰੀ ਹੱਕਾਂ ਦੇ ਖਿਲਾਫ ਬੋਲਦੇ ਨੇ, ਤਾਂ ਉੱਥੇ ਪੰਜਾਬ ਦੇ ਮਜ਼ਦੂਰਾਂ ਨੂੰ ਕਿਤੇ ਨਾ ਕਿਤੇ ਪਿੱਛੇ ਸਿੱਟਿਆ। ਐਵੇਂ ਜ਼ਿਕਰੂ ਬਾਕੀ ਸਟੇਟਾਂ ਦੇ ਮਜ਼ਦੂਰਾਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ ਕਿਸਾਨ ਸਾਡੇ ਜਿਹੜੇ ਹੈ ਨਾਲ ਮੋਢਾ ਲਾ ਕੇ ਨਹੀਂ ਖੜਦੇ ਜਦੋਂ ਸਾਡੀ ਜ਼ਰੂਰਤ ਹੁੰਦੀ ਹੈ। ਤਾਂ ਇਸ ਕਰਕੇ ਕਿਸਾਨੀ ਜਿਹੜੇ ਸੂਝਵਾਨ ਮਜ਼ਦੂਰ ਨੇਤਾ ਸੀ, ਉਹਨਾਂ ਨੇ ਪੂਰਾ ਰੋਲ ਜਿਹੜਾ ਹੈਗਾ ਆਪਣੇ ਬੰਨਿਓ ਤਨ ਮਨ ਨਾਲ ਨਿਭਾਇਆ। ਉਹ ਗਏ ਆ ਸਟੇਜਾਂ ਤੇ, ਵਾਰ-ਵਾਰ ਬੋਲਦੇ ਰਹੇ ਆ, ਪੂਰਾ ਸਮਾਂ ਉੱਥੇ ਜਾਂਦੇ ਰਹੇ ਆ। ਦਾਸ ਵੀ ਬਹੁਤ ਥਾਵਾਂ ਤੇ ਜਾਂਦਾ ਰਿਹਾ, ਹਰ ਸਟੇਜ ਦੇ ਉੱਤੇ, ਜਿੱਥੇ ਵੀ ਨੇੜੇ, ਕਿਉਂਕਿ ਸਰਕਾਰੀ ਨੌਕਰੀ ਦੇ ਨਾਲ ਜਿੱਥੇ ਵੀ ਧਰਨੇ ਲੱਗਦੇ ਸੀ, ਮੁਜ਼ਾਹਰੇ ਹੁੰਦੇ ਸੀ ਛੁੱਟੀ ਵਾਲੇ ਦਿਨ, ਜਾਂ DTF ਅਧਿਆਪਕ ਜਥੇਬੰਦੀ ਵੱਲੋਂ ਵੀ ਜਾਂਦੇ ਰਹੇ ਆ, ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਵੱਲੋਂ ਵੀ ਜਾਂਦੇ ਰਹੇ ਆ, ਤਾਂ ਉੱਥੇ ਬਹੁਤ ਅਹਿਮ ਰੋਲ ਨਿਭਾਏ ਆ। ਹੁਣ ਜਿਹੜਾ ਦੇਸ਼ ਦੇ ਸਮੁੱਚੇ ਮਜ਼ਦੂਰਾਂ ਨੂੰ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਕਿ ਜਿਹੜੇ 13 ਮਹੀਨੇ ਲੱਗ ਗਏ, ਉਹ 2 ਤੋਂ 3 ਮਹੀਨੇ ਤੁਸੀਂ ਜੰਗ ਜਿੱਤ ਸਕਦੇ ਹੋ। ਸਮੁੱਚੇ ਦੇਸ਼ ਦੇ ਮਜ਼ਦੂਰ ਇਕੱਠੇ ਹੋ ਤੇ ਕਿਰਤ ਕਾਨੂੰਨਾਂ ਨੂੰ ਵਾਪਸ ਭੇਜੀਏ। ਸਾਰੇ ਮੁਲਾਜ਼ਮ, ਕੱਚੇ ਪੱਕੇ ਮੁਲਾਜ਼ਮ, ਉਹ ਇਸ ਜਿਹੜੇ ਕਿਰਤੀ ਦੇ ਖਿਲਾਫ ਹੈ ਕਾਨੂੰਨ ਆਏ ਆ 12 ਘੰਟਿਆਂ ਦਾ, ਉਹਨੂੰ ਵਾਪਸ ਕਰਾਈਏ। ਸਰਕਾਰ ਤੋਂ ਜਿਸ ਵਿਧੀ ਨਾਲ ਸਾਡਾ ਜਿਹੜਾ ਹਾਲੇ ਆਪਾਂ ਕਿਸਾਨੀ ਕਾਨੂੰਨ ਵਾਪਸ ਕਰਾਏ ਨੇ, 3 ਕਾਲੇ ਕਾਨੂੰਨ ਵਾਪਸ ਕਰਾਏ ਨੇ, ਉਸੇ ਵਿਧੀ ਨਾਲ ਹੀ ਇਹ ਕਿਰਤ ਕਾਨੂੰਨ ਜਿਹੜੇ ਇਕੱਲੇ ਕਾਰਪੋਰੇਟਿਵ ਪੱਖੀ ਨੇ, ਉਦਯੋਗਪਤੀਆਂ ਦੇ ਪੱਖੀ ਨੇ, ਉਸ ਕਾਨੂੰਨਾਂ ਨੂੰ ਮਾਨਵਤਾਵਾਦੀ ਬਣਾਈਏ, ਕਿਰਤ ਕਾਨੂੰਨਾਂ ਨੂੰ ਲਾਗੂ ਕਰਾਈਏ। ਉੱਤਰੀ ਕੋਰੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ, ਦੱਖਣੀ ਕੋਰੀਆ 'ਚ ਵੱਡੇ ਅੰਦੋਲਨ ਹੋ ਗਏ। ਸੈਮਸੰਗ ਵਗੈਰੀਆਂ ਕੰਪਨੀਆਂ, LG ਵਰਗੀਆਂ ਕੰਪਨੀਆਂ, ਜਿਹੜੀਆਂ ਦੀ ਵੱਡੀ ਚਮਕ ਦਮਕ ਹੈ, ਉਹਨਾਂ ਦੇ ਪਿੱਛੇ ਉੱਥੋਂ ਦੇ ਦੱਖਣੀ ਕੋਰੀਆ ਦੇ ਮਜ਼ਦੂਰਾਂ ਦੀ ਖੂਨ ਪਸੀਨੇ ਦੀ ਜਿਹੜੀ ਕਮਾਈ ਹੈ, ਉਹ ਸਾਹਮਣੇ ਨਹੀਂ ਆਉਂਦੀ। ਉਹ ਮਜ਼ਦੂਰ ਅੱਜ ਦੱਖਣੀ ਕੋਰੀਆ ਦੇ ਵਿੱਚ ਵੱਡੇ ਪੱਧਰ 'ਤੇ ਸੜਕਾਂ 'ਤੇ ਨੇ। ਤਾਂ ਭਾਰਤ ਦੇ ਮਜ਼ਦੂਰ ਵੀ ਇਕੱਠੇ ਹੋਈਏ, ਭਾਰਤ ਦੇ ਸਰਕਾਰੀ ਮੁਲਾਜ਼ਮ ਵੀ ਇਕੱਠੇ ਹੋਈਏ। ਸਰਕਾਰ ਸਾਨੂੰ ਕਿਸ ਤਰ੍ਹਾਂ ਗਧੀ ਗੇਟ 'ਚ ਪਾ ਰਹੀ ਹੈ, ਸੋ ਸਾਨੂੰ ਕਿਸਾਨੀ ਸੰਘਰਸ਼ ਤੋਂ ਸਬਕ ਲੈਂਦੇ ਹੋਏ ਸਾਰਿਆਂ ਨੂੰ ਇੱਕਦਮ ਫੇਰ ਭਾਰਤ ਸਰਕਾਰ ਨੂੰ ਇੱਕ ਸਾਂਝਾ ਹੱਲਾ ਬੋਲ ਕੇ ਭਾਰਤ ਸਰਕਾਰ ਨੂੰ ਜਿਹੜਾ ਗਲਤ ਫੈਸਲਾ ਉਹਨੂੰ ਵਾਪਸ ਲੈਣ ਦੇ ਲਈ ਮਜਬੂਰ ਕਰੀਏ। ਵੈਸੇ ਇਹ ਚੰਗੀ ਗੱਲ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਂ ਸਾਡੇ ਆਲਾ ਨੇਤਾਵਾਂ ਦੀ, ਜਿਨ੍ਹਾਂ ਨੇ ਸਮੇਂ ਰਹਿੰਦਿਆਂ ਵਕਤ ਪਛਾਣਦੇ ਹੋਏ ਕੇਂਦਰੀ ਕਾਨੂੰਨਾਂ ਨੂੰ ਵਾਪਸ ਲੈ ਲਿਆ। ਚਾਹੇ ਉਹਨਾਂ ਨੂੰ ਯੂਪੀ ਦੀ ਸੱਤਾ ਦਿਸਦੀ ਹੋਵੇ, ਪੰਜਾਬ ਦੀ ਸੱਤਾ ਦਿਸਦੀ ਹੋਵੇ, ਹਰਿਆਣੇ ਦੀ ਸੱਤਾ ਦਿਸਦੀ ਹੋਵੇ, ਚਲੋ ਲਾਲਚੀ ਸਹੀ, ਪਰ ਵਕਤ ਰਹਿੰਦਿਆਂ ਜਮਹੂਰੀਅਤ ਦੇ ਅਕੋਰਡਿੰਗ
ਜਮਹੂਰੀਅਤ ਦੇ ਢਾਂਚੇ ਦੇ ਮੁਤਾਬਕ ਉਹਨਾਂ ਨੇ ਪਬਲਿਕ ਦੇ ਅੱਗੇ, ਭਾਰਤੀ ਕਿਸਾਨਾਂ ਦੇ ਅੱਗੇ ਸਿਰ ਝੁਕਾਇਆ। ਇਸ ਨਾਲ ਨਰਿੰਦਰ ਮੋਦੀ ਜੀਆਂ ਦਾ ਜਾਂ ਕੇਂਦਰੀ ਸਰਕਾਰ ਦਾ ਨੀਵਾਂਪਣ ਨਹੀਂ ਹੈ, ਉਹਨਾਂ ਦਾ ਬਿਡੱਪਣ ਹੈ। ਉਹ ਕਿਉਂਕਿ ਚੁਣ ਕੇ ਗਏ ਹੋਏ ਨੁਮਾਇੰਦੇ ਨੇ। ਸਾਡੀ ਕੇਂਦਰੀ ਸਰਕਾਰ ਨੂੰ ਵੀ ਹੁਣ ਜਿਹੜਾ ਜਿੱਥੇ ਕਿਸਾਨੀ ਫੈਸਲੇ ਲੈਤੇ ਨੇ ਉੱਥੇ ਮਜ਼ਦੂਰ ਪੱਖੀ ਦੇਸ਼ ਦੇ ਸਮੁੱਚੇ ਨਾਗਰਿਕਾਂ ਪ੍ਰਤੀ ਇਹ ਖਿਆਲ ਰੱਖਣਾ ਚਾਹੀਦਾ ਕਿ ਕੋਈ ਵੀ ਵਿਅਕਤੀ 12 ਘੰਟੇ ਕੰਮ ਨਹੀਂ ਕਰ ਸਕਦਾ। 8 ਘੰਟਿਆਂ ਦਾ ਵਿਸ਼ਵ ਵਿਆਪੀ ਕਾਨੂੰਨ ਆ, ਉਸ ਨੂੰ ਜਿਉਂ ਤਿਉਂ ਰਹਿਣਾ ਚਾਹੀਦਾ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਦੋਸਤੋ ਰਜ਼ਾ ਚਾਹੁੰਦੇ ਹਾਂ। ਜੈ ਭੀਮ, ਜੈ ਭਾਰਤ।